पंजाब दे विच चोणां दा बिगुल ਵੱਜ ਗਿਆ ਤੇ ਵੋਟਾਂ ਪੰਜਾਬ ਦੇ ਵਿੱਚ ਸਿੰਗਲ ਫੇਸ 'ਚ 14 ਫਰਵਰੀ ਨੂੰ ਹੋਣ ਜਾ ਰਹੀਆਂ ਨੇ। ਸੋਮਵਾਰ ਦਾ ਦਿਨ 14 ਫਰਵਰੀ ਦਾ ਦਿਨ ਜਦੋਂ ਪੰਜਾਬ ਦੇ ਵਿੱਚ ਅਸੀਂ ਸਾਰੇ VOTING ਕਰਾਂਗੇ, ਪੰਜਾਬ ਦੇ ਲਈ ਅਗਲੇ 5 ਸਾਲ ਦੀ ਸਰਕਾਰ ਚੁਣਾਂਗੇ। ਸੋ 14 ਫਰਵਰੀ ਨੂੰ ਪੰਜਾਬ 'ਚ VOTING ਹੋਏਗੀ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ 2 ਜਾਂ 3 ਗੇੜ 'ਚ ਚੋਣਾਂ ਹੋ ਸਕਦੀਆਂ ਨੇ, ਪਰ ਚੋਣ ਕਮਿਸ਼ਨ ਵੱਲੋਂ ਬਾਕੀ ਸੂਬਿਆਂ ਦੇ ਵੀ ਗੇੜ ਘਟਾ ਦਿੱਤੇ ਗਏ ਨੇ। ਜਿਹੜੇ 5 ਰਾਜਾਂ ਦੇ ਵਿੱਚ ਚੋਣਾਂ ਨੇ ਉਹ ਸਿਰਫ 7 ਗੇੜਾਂ ਦੇ ਵਿੱਚ ਹੋਣੀਆਂ ਨੇ ਔਰ ਉਹਦੇ ਵਿੱਚੋਂ ਦੂਸਰਾ ਗੇੜ ਜਿਹੜਾ ਹੈ, ਪਹਿਲਾ ਗੇੜ 10 ਫਰਵਰੀ ਨੂੰ ਸ਼ੁਰੂ ਹੋਣਾ ਹੈ ਔਰ ਦੂਸਰਾ ਗੇੜ ਜਿਹੜਾ ਹੈ ਉਹ 14 ਫਰਵਰੀ ਨੂੰ ਸ਼ੁਰੂ ਹੋਣਾ ਹੈ ਔਰ ਦੂਸਰੇ ਗੇੜ ਦੇ ਵਿੱਚ ਪੰਜਾਬ ਨੂੰ ਰੱਖਿਆ ਗਿਆ, ਯਾਨੀ ਇੱਕ ਹੀ ਦਿਨ ਪੰਜਾਬ ਦੀਆਂ 117 ਸੀਟਾਂ ਤੇ VOTING ਹੋ ਜਾਏਗੀ 14 ਫਰਵਰੀ ਨੂੰ ਔਰ 10 ਮਾਰਚ ਨੂੰ ਗਿਣਤੀ ਹੋਣੀ ਹੈ। 24 ਦਿਨ ਹੋਣਗੇ VOTING ਤੋਂ ਬਾਅਦ। ਗਿਣਤੀ ਦੇ ਵਿੱਚ ਜਿਹੜਾ ਵਿਚਕਾਰਲਾ ਸਮਾਂ ਹੈ ਉਹ 24 ਦਿਨ ਹੋਣਗੇ ਜਦੋਂ ਸਿਆਸੀ ਆਗੂਆਂ ਨੂੰ ਕੁਝ ਰਿਲੀਫ ਮਿਲੇਗਾ, ਪਰ 14 ਫਰਵਰੀ ਨੂੰ VOTING ਹੋਣੀ ਹੈ। ਸੋ ਕਰੀਬ 1 ਮਹੀਨੇ ਤੋਂ ਥੋੜਾ ਜਿਹਾ ਕੁਝ ਦਿਨ ਜ਼ਿਆਦਾ ਨੇ, ਕਰੀਬ 1 ਮਹੀਨੇ ਦਾ ਸਮਾਂ ਹੈ ਇਸ ਵੇਲੇ ਪੰਜਾਬ ਦੀ ਚੋਣ ਪ੍ਰਕਿਰਿਆ ਦਾ। 21 ਤਰੀਕ ਤੋਂ ਨਾਮਜ਼ਦਗੀ ਪੱਤਰ ਭਰਨੇ ਸ਼ੁਰੂ ਹੋ ਜਾਣਗੇ। 21 ਜਨਵਰੀ ਤੋਂ 28 ਜਨਵਰੀ ਤੱਕ ਇੱਕ ਹਫ਼ਤਾ ਜਿਹੜਾ ਹੈ ਸਮਾਂ ਹੋਏਗਾ ਨਾਮਜ਼ਦਗੀਆਂ ਦਾਖਲ ਕਰਨ ਦਾ। 28 ਜਨਵਰੀ ਆਖਰੀ ਦਿਨ ਹੋਏਗਾ ਨਾਮਜ਼ਦਗੀਆਂ ਦਾ। ਉਸ ਤੋਂ ਬਾਅਦ 29 ਜਨਵਰੀ ਨੂੰ ਨਾਮਜ਼ਦਗੀ ਪੱਤਰਾਂ ਦੀ ਜਾਂਚ ਪੜਤਾਲ ਹੋਏਗੀ ਔਰ 31 ਜਨਵਰੀ ਤੱਕ ਜਿਹੜੇ ਨਾਮਜ਼ਦਗੀ ਪੱਤਰ ਨੇ ਉਹ ਵਾਪਸ ਲਏ ਜਾ ਸਕਣਗੇ। 31 ਜਨਵਰੀ ਆਖਰੀ ਤਰੀਕ ਹੋਏਗੀ ਨਾਮਜ਼ਦਗੀ ਪੱਤਰ ਵਾਪਸ ਲੈਣ ਦੀ। ਉਸ ਤੋਂ ਬਾਅਦ 14 ਫਰਵਰੀ ਨੂੰ ਵੋਟਾਂ ਤੇ 10 ਮਾਰਚ ਨੂੰ ਚੋਣਾਂ ਦੇ ਨਤੀਜੇ। 10 ਮਾਰਚ ਨੂੰ ਚੋਣਾਂ ਦੇ ਨਤੀਜੇ, 14 ਫਰਵਰੀ ਨੂੰ ਵੋਟਾਂ। ਬਿਲਕੁਲ ਤਾਂ ਇਸ ਸਮੇਂ ਦੀ ਵੱਡੀ ਖਬਰ ਲੈ ਕੇ ਇੱਕ ਵਾਰ ਫਿਰ ਤੋਂ ਅਸੀਂ ਹਾਜ਼ਰ ਹਾਂ। ਪੰਜਾਬ ਦੇ ਲੋਕ ਜਿਸ ਦਾ ਇੰਤਜ਼ਾਰ ਕਰ ਰਹੇ ਸੀ ਕਿ ਚੋਣਾਂ ਕਦੋਂ ਪੰਜਾਬ ਦੇ ਵਿੱਚ, ਤਾਂ ਵੈਲੈਂਟਾਈਨ ਡੇ 14 ਫਰਵਰੀ ਦਾ ਦਿਨ ਪਿਆਰ ਦਾ ਦਿਨ ਕਿਹਾ ਜਾਂਦਾ ਹੈ ਤੇ ਪੰਜਾਬ ਦੀ ਜਨਤਾ ਕਿਹੜੀ ਸਿਆਸੀ ਪਾਰਟੀ ਦੇ ਲਈ ਆਪਣਾ ਪਿਆਰ ਦਿਖਾਉਂਦੀ ਹੈ, ਕਿਸ ਦੇ ਹੱਕ ਦੇ ਵਿੱਚ ਫਤਵਾ ਸੁਣਾਉਂਦੀ ਹੈ, ਇਹ 14 ਫਰਵਰੀ ਨੂੰ ਤੈਅ ਹੋ ਜਾਏਗਾ, EVM 'ਚ ਕੈਦ ਹੋ ਜਾਏਗਾ। ਹਾਲਾਂਕਿ 10 ਮਾਰਚ ਤੱਕ ਦਾ ਇੰਤਜ਼ਾਰ ਜ਼ਰੂਰ ਕਰਨਾ ਹੋਏਗਾ। ਬਹੁਤ ਕੁਝ ਖਾਸ ਇਸ ਵਾਰ ਦੀਆਂ ਇਲੈਕਸ਼ਨ ਦੇ ਵਿੱਚ ਹੋਣ ਜਾ ਰਿਹਾ ਹੈ। ਇੱਕ ਪੁਆਇੰਟ ਤੁਹਾਨੂੰ ਦੱਸਾਂਗੇ ਕਿ ਇਲੈਕਸ਼ਨ ਕਮਿਸ਼ਨ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਕੁਝ ਖਾਸ ਸੀ, ਕਿਉਂਕਿ ਪਹਿਲਾਂ ਕਿਆਸ ਲੱਗ ਰਹੇ ਸਨ ਕਿ ਆਮ ਤੌਰ ਤੇ 6-7 ਗੇੜ ਦੇ ਵਿੱਚ 8 ਗੇੜ ਦੇ ਵਿੱਚ ਇਲੈਕਸ਼ਨ ਹੁੰਦੇ ਨੇ। ਇਸ ਵਾਰ ਜਿਹੜੇ ਫੇਸਿਸ ਨੇ ਉਹ ਵਧਾਏ ਜਾ ਸਕਦੇ ਨੇ, ਪਰ ਉਲਟਾ ਹੋਇਆ, ਇੱਕ ਫੇਸ ਘਟਾ ਦਿੱਤਾ ਗਿਆ 5 ਦੇ 5 ਸੂਬਿਆਂ ਦੇ ਵਿੱਚ। ਤੇ ਦੂਜੀ ਗੱਲ, ਪੰਜਾਬ ਦੇ ਵਿੱਚ ਪਹਿਲੇ ਹੀ ਫੇਸ ਦੇ ਵਿੱਚ ਇਲੈਕਸ਼ਨ ਕਰ ਦਿੱਤਾ ਜਾਂਦਾ ਸੀ, ਇਸ ਵਾਰ ਕੁਝ ਵੱਖਰਾ ਹੋਇਆ ਤੇ ਮੈਂ ਇੱਕ ਕਰਕੇ ਅਸੀਂ ਗ੍ਰਾਫਿਕਸ ਦੇ ਜ਼ਰੀਏ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੇ ਵਿੱਚ ਇਲੈਕਸ਼ਨ ਕਿਸ ਤਰੀਕੇ ਦੇ ਨਾਲ ਹੋ ਰਹੇ ਨੇ। ਤਾਂ 14 ਫਰਵਰੀ ਦਾ ਦਿਨ ਪੰਜਾਬ ਦੇ ਵਿੱਚ ਇਲੈਕਸ਼ਨ ਹੋਣਗੇ। 14 ਫਰਵਰੀ ਦਾ ਦਿਨ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਹਾਂ, 14 ਫਰਵਰੀ ਦਾ ਦਿਨ ਹੋਏਗਾ ਜਦੋਂ ਇਲੈਕਸ਼ਨ ਪੰਜਾਬ ਦੇ ਵਿੱਚ ਹੋਣ ਜਾ ਰਹੇ ਨੇ। 10 ਮਾਰਚ ਨੂੰ ਨਤੀਜਿਆਂ ਦਾ ਐਲਾਨ ਕੀਤਾ ਜਾਣਾ। ਪਿਛਲੀ ਵਾਰ ਜੇ ਮੈਂ ਗਲਤ ਨਹੀਂ ਵਿਜੇ ਤਾਂ 10 ਮਾਰਚ ਨਹੀਂ ਬਲਕਿ 11 ਮਾਰਚ ਨੂੰ ਰਿਜ਼ਲਟ ਆਇਆ ਸੀ ਔਰ ਇਸ ਵਾਰੀ ਇਲੈਕਸ਼ਨ 10 ਦਿਨ ਲੇਟ ਹੋ ਰਹੇ ਨੇ, ਨਤੀਜੇ ਇੱਕ ਦਿਨ ਪਹਿਲਾਂ ਆ ਜਾਣਗੇ। ਤਾਂ 14 ਫਰਵਰੀ ਦਾ ਦਿਨ ਹੋਏਗਾ ਜਦੋਂ ਤੁਸੀਂ ਜਾ ਕੇ ਸੋਮਵਾਰ ਦੇ ਦਿਨ ਵੋਟਾਂ ਪਾਣੀਆਂ ਨੇ ਤੇ ਉਸ ਤੋਂ ਬਾਅਦ 10 ਮਾਰਚ ਦਾ ਇੰਤਜ਼ਾਰ ਕਰਨਾ ਹੈ। ਕਰੀਬ 20 ਦਿਨ ਦਾ ਇੰਤਜ਼ਾਰ ਹੋਏਗਾ ਤੇ ਉਸ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਪੰਜਾਬ ਦੇ ਵਿੱਚ ਅਗਲੀ ਸਰਕਾਰ ਕਿਸ ਦੀ ਬਣਨ ਜਾ ਰਹੀ ਹੈ। ਤਾਂ 14 ਫਰਵਰੀ ਦਾ ਅਹਿਮ ਦਿਨ ਤੇ 10 ਮਾਰਚ ਦਾ ਅਹਿਮ ਦਿਨ, ਦੋ ਅਹਿਮ ਤਰੀਕਾਂ ਨੇ ਜਿਹੜੀਆਂ ਲਾਜ਼ਮੀ ਤੌਰ ਤੇ ਪੰਜਾਬ ਦੇ ਲੋਕ ਯਾਦ ਰੱਖਣਗੇ। ਤਾਂ ਪੰਜਾਬ ਦੇ ਵਿੱਚ ਇਲੈਕਸ਼ਨ ਦਾ ਅਨਾਉਂਸਮੈਂਟ ਹੋ ਚੁੱਕੀ ਹੈ। ਸਿੰਗਲ ਗੇੜ ਦੇ ਵਿੱਚ ਇਲੈਕਸ਼ਨ ਪੰਜਾਬ ਦੇ ਵਿੱਚ ਹੋਣ ਜਾ ਰਹੀ ਹੈ। ਇਹ ਪਹਿਲਾਂ ਕਿਆਸ ਲੱਗ ਰਹੇ ਸੀ ਕਿ 15 ਜਨਵਰੀ, ਮੈਂ ਜ਼ਿਕਰ ਕਰਾਂਗਾ 15 ਜਨਵਰੀ ਦਾ, ਪਹਿਲਾਂ ਕਿਆਸ ਲੱਗ ਰਹੇ ਸਨ ਕਿ ਜਿਹੜੇ 2-3 ਫੇਸਿਸ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ, ਪਰ ਉਸ ਤਰੀਕੇ ਨਾਲ ਵਿਜੇ ਨਹੀਂ ਹੋਇਆ। ਬਿਲਕੁਲ ਗੌਰਵ, ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਲੱਗ ਰਹੀਆਂ ਸੀ ਪੰਜਾਬ ਨੂੰ ਦੇਖ ਕੇ ਔਰ ਇਹ ਵੀ ਉਮੀਦ ਸੀ ਕਿ ਸ਼ਾਇਦ ਆਖਰੀ ਗੇੜ ਦੇ ਵਿੱਚ ਇਲੈਕਸ਼ਨ ਹੋਣਗੇ, ਪਰ ਚੋਣ ਕਮਿਸ਼ਨ ਨੇ ਦੂਸਰੇ ਗੇੜ ਦੇ ਵਿੱਚ ਹੀ ਪੰਜਾਬ ਦੀਆਂ ਚੋਣਾਂ ਜਿਹੜੀਆਂ ਨੇ ਉਹ ਰੱਖ ਦਿੱਤੀਆਂ ਨੇ। VOTING ਦਾ ਦਿਨ ਜਿਹੜਾ ਹੈ ਉਹ ਦੂਸਰਾ ਗੇੜ 14 ਫਰਵਰੀ ਵੈਲੈਂਟਾਈਨਸ ਡੇ, ਜਿਵੇਂ ਗੌਰਵ ਨੇ ਕਿਹਾ ਕਿ ਪੰਜਾਬ ਦੇ ਲੋਕ ਇਹ ਪਿਆਰ ਦਾ ਦਿਨ ਮੰਨਿਆ ਜਾਂਦਾ ਹੈ ਵੈਲੈਂਟਾਈਨਸ ਡੇ, ਔਰ ਪੰਜਾਬ ਦੇ ਲੋਕ ਕਿਹੜੀ ਪਾਰਟੀ ਪ੍ਰਤੀ ਆਪਣਾ ਪਿਆਰ ਦਿਖਾਉਣਗੇ ਇਹ ਕਾਫੀ ਅਹਿਮ ਹੋਏਗਾ। ਸੋ ਜਨਵਰੀ ਦੇ ਵਿੱਚ ਇਹ ਪੂਰੀ ਪ੍ਰਕਿਰਿਆ ਜਿਹੜੀ ਹੈ ਇਹ ਸ਼ੁਰੂ ਹੋ ਜਾਏਗੀ। 21 ਜਨਵਰੀ ਤੋਂ ਨੋਮੀਨੇਸ਼ਨਸ, ਉਸ ਤੋਂ ਬਾਅਦ 28 ਤੱਕ ਆਖਰੀ ਦਿਨ ਜਿਹੜੇ ਨੋਮੀਨੇਸ਼ਨਸ ਹੋਣਗੇ 28 ਜਨਵਰੀ। ਫਿਰ ਉਹਨਾਂ ਦੀ ਸਕਰੂਟਨੀ ਹੋਏਗੀ, ਯਾਨੀ ਨਾਮਜ਼ਦਗੀ ਪੱਤਰਾਂ ਦੀ ਜਾਂਚ ਹੋਏਗੀ 29 ਜਨਵਰੀ। ਉਸ ਤੋਂ ਬਾਅਦ 31 ਤੱਕ ਇਹ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ। 31 ਜਨਵਰੀ ਆਖਰੀ ਦਿਨ। ਬਿਲਕੁਲ 13 ਦਿਨ ਬਚਣਗੇ ਔਰ 14 ਨੂੰ ਵੋਟਾਂ। ਬਿਲਕੁਲ ਇੱਕ ਕਰਕੇ ਅਸੀਂ ਪਹਿਲਾਂ ਤਰੀਕਾਂ ਦਾ ਜ਼ਿਕਰ ਕਰਦੇ ਹਾਂ, ਉਸ ਤੋਂ ਬਾਅਦ ਕੀ ਕੁਝ ਖਾਸ ਹੈ। ਕਰੋਨਾ ਦਾ ਸਾਇਆ ਇਸ ਵਾਰ ਦੇ ਇਲੈਕਸ਼ਨਸ ਦੇ ਉੱਤੇ, ਉਸ ਦਾ ਅਸੀਂ ਜ਼ਿਕਰ ਕਰਾਂਗੇ, ਪਰ ਪਹਿਲਾਂ ਤਰੀਕਾਂ ਤੁਸੀਂ ਦੇਖ ਲਓ, ਪੜ੍ਹ ਲਓ ਧਿਆਨ ਦੇ ਨਾਲ। ਇਹ ਤਰੀਕਾ ਖਾਸ ਤੌਰ ਤੇ ਉਹਨਾਂ ਦੇ ਲਈ ਨੇ ਜਿਹੜੇ ਇਲੈਕਸ਼ਨ ਦੇ ਵਿੱਚ ਉਤਰ ਰਹੇ ਨੇ, ਕੈਂਡੀਡੇਟਸ ਦੇ ਲਈ।
15 जनवरी तक पहला ਅਸੀਂ ਜਿਹੜਾ ਕੋਰੋਨਾ ਦਾ ਸਾਇਆ ਦਾ ਮੈਂ ਜ਼ਿਕਰ ਕਰ ਰਿਹਾ ਹਾਂ ਉਹ ਆਪਾਂ ਜ਼ਿਕਰ ਕਰ ਲਈ ਵਿਜੇ ਕਿਉਂਕਿ ਇਸ ਵਾਰ ਇਲੈਕਸ਼ਨ ਬਹੁਤ ਖਾਸ ਨੇ 15 जनवरी तक ਜਿਹੜੇ ਰੋਡ ਸ਼ੋ ਰੈਲੀਆਂ ਪਦ ਯਾਤਰਾ ਸਾਈਕਲ ਸਭ ਕੁਝ ਰੈਲੀਆਂ ਬੰਦ ਕਰ ਦਿੱਤੀਆਂ ਗਈਆਂ ਨੇ 15 जनवरी तक ਫਿਲਹਾਲ ਅਸੀਂ ਇਹ ਵੀ ਦੱਸ ਦਈਏ ਦਰਸ਼ਕਾਂ ਨੂੰ ਕਿ 15 जनवरी तक ਇਹ ਫਿਲਹਾਲ ਬੰਦ ਕੀਤੀਆਂ ਗਈਆਂ ਨੇ ਫਿਲਹਾਲ ਬੰਦ ਕੀਤੀਆਂ ਗਈਆਂ ਨੇ 15 जनवरी तक ਕਿਉਂਕਿ 15 जनवरी ਨੂੰ ਦੁਬਾਰਾ ਰਿਵਿਊ ਹੋਏਗਾ ਜਿਹੜੀ ਸਥਿਤੀ ਹੈ ਉਸ ਨੂੰ ਦੁਬਾਰਾ ਵਿਚਾਰ ਕੇ ਫਿਰ ਇਹ ਅੱਗੇ ਐਕਸਟੈਂਡ ਵੀ ਕੀਤੇ ਜਾ ਸਕਦੇ ਆ ਕਿਉਂਕਿ ਜਿਸ ਲਿਹਾਜ਼ ਦੇ ਨਾਲ ਇਹ ਕਿਹਾ ਜਾ ਰਿਹਾ ਹੈ ਕਿ ਕੋਵਿਡ ਦੇ ਕੇਸਿਸ ਵੱਧ ਰਹੇ ਹੈ ਅਗਲੇ ਦਿਨਾਂ ਦੇ ਵਿੱਚ ਕੋਵਿਡ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਸਕਦੇ ਆ ਤਾਂ ਫਿਲਹਾਲ ਜਿਹੜੀਆਂ ਸੂਬਿਆਂ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਜਿਹੜੀਆਂ ਕੋਵਿਡ ਦੀਆਂ ਪਾਬੰਦੀਆਂ ਵੀ ਲਾਈਆਂ ਗਈਆਂ ਨੇ ਉਹ ਵੀ 15 जनवरी तक ਹੀ ਨੇ 15 ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸਿਚੁਏਸ਼ਨ ਰਿਵਿਊ ਹੋਊਗੀ ਐਜ਼ ਪਰ ਜਿਵੇਂ ਸਿਹਤ ਮਹਿਕਮਾ ਆਪਣੀਆਂ ਗਾਈਡਲਾਈਨਸ ਜਾਰੀ ਕਰੇਗਾ ਸਿਹਤ ਮਹਿਕਮੇ ਵੱਲੋਂ ਜੋ ਆਰਡਰ ਜਾਰੀ ਹੋਣਗੇ ਉਸੇ ਦੇ ਮੁਤਾਬਕ ਹੀ ਅੱਗੇ ਚੋਣ ਕਮਿਸ਼ਨ ਆਪਣਾ ਫੈਸਲਾ ਲਏਗਾ ਔਰ ਫਿਰ ਚੋਣ ਕਮਿਸ਼ਨ 15 जनवरी ਤੋਂ ਬਾਅਦ ਦੇਖੇਗਾ ਕਿ ਇਸ ਦੀ ਇਜਾਜ਼ਤ ਦੇਣੀ ਹੈ ਜਾਂ ਨਹੀਂ ਜ਼ਿਆਦਾ ਚਾਂਸਸ ਇਹ ਨੇ ਜਿਸ ਤਰੀਕੇ ਨਾਲ ਕੇਸ ਵਧ ਰਹੇ ਨੇ ਇਸ ਵਾਰੀ ਗੌਰਵ ਰੈਲੀਆਂ ਮੈਨੂੰ ਲੱਗਦਾ ਬਹੁਤ ਮੁਸ਼ਕਿਲ ਹੈ ਵਰਚੁਅਲੀ ਚੱਲਣਾ ਪਏਗਾ ਪਾਰਟੀਆਂ ਕਿਉਂਕਿ ਕੇਸਿਸ ਵਧ ਰਹੇ ਨੇ ਕੋਰੋਨਾ ਦੇ ਔਰ ਇਹ 15 जनवरी तक ਕੋਈ ਘਟਣ ਦਾ ਜਾਂ ਵਾਪਸ ਆਉਣ ਦਾ ਤਾਂ ਇਸ ਵੇਲੇ ਨਹੀਂ ਲੱਗ ਰਿਹਾ ਕਿ ਵਧਣਗੇ ਇਹ ਲੱਗ ਰਿਹਾ ਹੈ ਕਿ ਅਗਲੇ 7-8 10 ਦਿਨਾਂ ਦੇ ਵਿੱਚ 15 ਦਿਨਾਂ ਦੇ ਵਿੱਚ ਕੋਰੋਨਾ ਦੇ ਕੇਸਿਸ ਪੀਕ ਵਾਲੇ ਪਾਸੇ ਨੂੰ ਜਾ ਸਕਦੇ ਨੇ ਜਿਵੇਂ ਅਸੀਂ ਪਿਛਲੀ ਵਾਰ ਦੇਖਿਆ ਸੀ ਸੈਕੰਡ ਵੇਵ ਦੇ ਦੌਰਾਨ ਕਿ ਕਰੀਬ 4.5 ਲੱਖ ਦੇਸ਼ ਦੇ ਵਿੱਚ ਕੇਸ ਆਉਣੇ ਸ਼ੁਰੂ ਹੋ ਗਏ ਸੀ ਤਾਂ ਹੁਣ ਉਹ ਗਿਣਤੀ 1 ਲੱਖ ਤੱਕ ਪਹੁੰਚ ਚੁੱਕੀ ਹੈ ਖਾਸ ਇਹ ਵੀ ਹੈ ਕਿ ਪਿਛਲੇ 7-8 ਦਿਨ ਦੇ ਵਿੱਚ ਸਭ ਕੁਝ ਜਿਹੜਾ ਇਹ ਕੋਰੋਨਾ ਨੂੰ ਲੈ ਕੇ ਹਾਲਾਤ ਬਦਲੇ ਨੇ ਇਸ ਕਰਕੇ 15 ਤਰੀਕ ਤੋਂ ਬਾਅਦ ਵੀ ਜਿਹੜੀਆਂ ਇਲੈਕਸ਼ਨ ਦੀਆਂ ਰੈਲੀਆਂ ਨੇ ਉਹ ਜਾਰੀ ਰਹਿਣਗੀਆਂ ਜਾਂ ਹੋਣਗੀਆਂ ਇਸ ਦੇ ਕਿਆਸ ਨਾ ਦੇ ਬਰਾਬਰ ਹੀ ਨੇ ਤਾਂ ਇਸ ਸਮੇਂ ਰੈਲੀਆਂ ਨੂੰ ਲੈ ਕੇ ਅਸੀਂ ਵੱਡੀ ਅਪਡੇਟ ਦੇ ਰਹੇ ਹਾਂ ਕਿ 15 जनवरी तक ਰੋਡ ਸ਼ੋ ਰੈਲੀਆਂ ਪਦ ਯਾਤਰਾ ਸਾਈਕਲ ਯਾਤਰਾ ਸਭ ਕੁਝ ਬੰਦ ਹੈ 15 जनवरी ਤੋਂ ਬਾਅਦ ਵਾਲਾ ਫੈਸਲਾ ਕੀ ਹੋਏਗਾ ਉਸ ਤੇ ਨਜ਼ਰ ਜ਼ਰੂਰ ਔਰ ਡੋਰ ਟੂ ਡੋਰ ਵੀ ਇਸ ਦੇ ਵਿੱਚ ਇੱਕ ਚੀਜ਼ ਹੋ ਰਿਹਾ ਜੇ ਕਿਸੇ ਉਮੀਦਵਾਰ ਨੇ ਡੋਰ ਟੂ ਡੋਰ ਪ੍ਰਚਾਰ ਕਰਨਾ ਹੈ ਲੋਕਾਂ ਤੱਕ ਪਹੁੰਚ ਕਰਨੀ ਹੈ ਤਾਂ ਉਮੀਦਵਾਰ ਸਣੇ 5 ਤੋਂ ਜ਼ਿਆਦਾ ਲੋਕ ਡੋਰ ਟੂ ਡੋਰ ਪ੍ਰਚਾਰ ਨਹੀਂ ਕਰ ਸਕਣਗੇ ਸਣੇ ਉਮੀਦਵਾਰ ਯਾਨੀ ਉਮੀਦਵਾਰ ਦੇ ਨਾਲ 4 ਲੋਕ ਚੱਲ ਸਕਦੇ ਆ ਇਸ ਤੋਂ ਜ਼ਿਆਦਾ ਡੋਰ ਟੂ ਡੋਰ ਵੀ ਲੋਕਾਂ ਨੂੰ ਜਾ ਕੇ ਨਹੀਂ ਮਿਲ ਸਕਣਗੇ रवि मिश्रा साढ़े सहयोगी जुड़े ने दिल्ली तो सीधे रवि जिस तरीके से अभी इलेक्शन अनाउंस हुए जो हम पहले बात कर रहे थे पहले तस्वीर कुछ और थी अब तस्वीर कुछ और है एक ही फेज में इलेक्शन हो रहे हैं और ओवरऑल भी फेज जो है 1 या 2 कम कर दिए गए हैं पहले से बिल्कुल देखिए पंजाब के लिए ये सरप्राइज जरूर है क्योंकि एक ही सीट में एक ही चरण में तमाम 117 विधानसभा सीटों पे चुनाव होने हैं ये एक बड़ी चुनौती होगी इसको संपन्न करना कहीं ना कहीं चुनाव आयोग के लिए एक बड़ी जिम्मेदारी है साफ तौर पे बड़ी घोषणा करते हुए चुनाव आयोग नजर आया और चुनाव आयोग ने कई हिदायतें दी हैं प्रोटोकॉल्स के क्या एप्रोप्रिएट बिहेवियर रहेंगे उसकी जानकारी दी है कितने पोलिंग बूथ होंगे और किस तरीके से प्रोटोकॉल तैयार किया गया है बिल्कुल आपको बताना चाहूँगा कि मैं इस वक्त विज्ञान भवन के ठीक सामने मौजूद हूँ और यहाँ पर जो प्रेस वार्ता हुई है प्रेस वार्ता के बाद तमाम जो राजनीतिक दल हैं अब इस कश्मकश में ज़रूर होंगे कि किस तरीके से अब चुनाव करना है क्योंकि 15 तारीख तक कोई भी रोड शो रैली पद यात्रा पर रोक लगा दी गई है कोविड के चलते एक बड़ी खबर अब प्रचार प्रसार कैसे होगा रवि क्या ये भी मान सकते हैं कि अभी तो ये फिलहाल 15 तक है ये फिलहाल 15 तक है यानी ये मान के चलें कि ये आगे भी एक्सटेंड होगा जिसके पूरे चांसेस हैं बिल्कुल देखिए चुनाव आयोग ने साफ तौर पे कहा है सुशील चंद्र ने साफ तौर पे हिदायत दी है कि हम 15 तारीख तक जो हमारे जो टीम है वो तय करेगी कि आगे क्या करना है फिलहाल 15 जनवरी तक कोई भी रोड शो कोई भी पदयात्रा रैली नहीं हो सकती और डोर टू डोर कैंपेन के लिए हिदायत दी है कि आपके साथ 4 से 5 लाख लोग होंगे जो कि डोर टू डोर कैंपेन में अपनी भागीदारी दे सकते हैं उसके अलावा भी जिस तरीके से जानकारी देते हुए चुनाव आयोग नजर आया और पूरी तैयारियों के साथ पूरा लेखा जोखा चुनाव आयोग ने व्यक्त किया मगर पंजाब के लिए सरप्राइज होगा क्योंकि पंजाब एक बड़ा सूबा है और कहीं ना कहीं जो राजनीतिक सरगर्मियां यहाँ पर बढ़ती हुई दिखाई दे रही थी एक चरण पे यहाँ पे चुनाव होना कितना सही है कितना गलत है ये तो आने वाला वक्त तय करेगा मगर फिलहाल तमाम जो राजनीतिक संगठन हैं पार्टियां हैं उन्होंने कमर कस ली होगी इस प्रेस वार्ता के बाद क्योंकि
साफ तौर पे ये तय हो गया है, चुनाव का बिगुल बच चुका है। ठीक है रवि, ਤੁਹਾਡੇ ਕੋਲ 14 ਵਾਪਸ ਆਉਂਦੇ ਆ। ਤੁਹਾਡੀ ਆਵਾਜ਼ ਕਲੀਅਰ ਸਾਡੇ ਤੱਕ ਨਹੀਂ ਪਹੁੰਚ ਰਹੀ ਹੈ, ਪਰ ਇਸ ਸਮੇਂ ਵੱਡੀ ਖਬਰ ਇੱਕ ਵਾਰ ਫਿਰ ਤੋਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ, ਜਿਹੜੇ ਹੁਣੇ ਦਰਸ਼ਕ ਸਾਡੇ ਨਾਲ ਜੁੜੇ ਨੇ ਉਹਨਾਂ ਤੱਕ ਇਹ ਜਾਣਕਾਰੀ ਪਹੁੰਚਣੀ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। 14 ਫਰਵਰੀ ਨੂੰ ਪੰਜਾਬ ਦੇ ਵਿੱਚ ਵੋਟਾਂ ਪੈਣ ਜਾ ਰਹੀਆਂ ਨੇ। ਕਰੀਬ 1 ਮਹੀਨਾ 6 ਦਿਨ ਦਾ ਸਮਾਂ ਪੰਜਾਬ ਦੇ ਵੋਟਰਾਂ ਨੂੰ, ਪੰਜਾਬ ਦੇ ਜਿਹੜੇ ਇਲੈਕਸ਼ਨ ਦੇ ਵਿੱਚ ਖੜੇ ਹੋਣ ਜਾ ਰਹੇ ਉਮੀਦਵਾਰ ਨੇ ਉਹਨਾਂ ਨੂੰ ਮਿਲਿਆ ਹੈ ਤੇ ਕਰੀਬ 1 ਮਹੀਨਾ 6 ਦਿਨ ਬਾਅਦ ਪੰਜਾਬ ਦੇ ਵਿੱਚ ਵੋਟਾਂ ਪੈਣਗੀਆਂ। ਸੋਮਵਾਰ ਦਾ ਦਿਨ 14 ਫਰਵਰੀ ਦਾ ਦਿਨ ਤੇ ਉਸ ਤੋਂ ਬਾਅਦ 10 ਮਾਰਚ ਨੂੰ ਨਤੀਜੇ ਆਉਣਗੇ। ਇਹ ਵੀ ਤੁਹਾਨੂੰ ਦੱਸ ਦਈਏ ਕਿ ਬਿਲਕੁਲ ਹਲਚਲ ਤੁਹਾਨੂੰ ਅਗਲੇ ਕੁਝ ਦਿਨਾਂ 'ਚ ਦੇਖਣੀ ਸ਼ੁਰੂ ਹੋ ਜਾਵੇਗੀ, ਕਿਉਂਕਿ 21 ਜਨਵਰੀ ਤੋਂ ਪੰਜਾਬ ਦੇ ਵਿੱਚ ਨੋਮੀਨੇਸ਼ਨ ਦਾ ਦੌਰ ਸ਼ੁਰੂ ਹੋ ਰਿਹਾ ਹੈ। 21 ਜਨਵਰੀ ਤੋਂ ਜਿਹੜਾ ਨੋਮੀਨੇਸ਼ਨ ਦਾ ਦੌਰ ਹੈ ਉਹ ਸ਼ੁਰੂ ਹੋ ਜਾਏਗਾ, ਯਾਨੀ ਕਿ ਜਿਹੜੀਆਂ ਨਾਮਜ਼ਦਗੀਆਂ ਉਹ ਪੜੀਆਂ ਜਾਣ ਲੱਗੀਆਂ ਨਜ਼ਰ ਆਉਣਗੀਆਂ। ਜਿਹੜੇ ਉਮੀਦਵਾਰ ਨੇ ਵੱਖ-ਵੱਖ ਪਾਰਟੀਆਂ ਦੇ ਜਾਂ ਜੇ ਕੋਈ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਮੈਦਾਨ ਦੇ ਵਿੱਚ ਉਤਰਨਾ ਚਾਹੁੰਦਾ ਹੈ। ਪਰ ਜੋ ਅਸੀਂ ਲਗਾਤਾਰ ਜ਼ਿਕਰ ਕਰ ਰਹੇ ਹਾਂ ਕਿ ਇਸ ਵਾਰ ਬਹੁਤ ਕੁਝ ਵੱਖਰਾ ਹੁੰਦਾ ਨਜ਼ਰ ਆਏਗਾ। ਹਾਲਾਂਕਿ ਵਿਜੇ ਪੁਆਇੰਟ ਇਹ ਵੀ ਹੈ ਕਿ ਜੋ ਜ਼ਿਕਰ ਹੋ ਰਿਹਾ ਕਿ ਤੁਸੀਂ ਰੈਲੀ ਨਾ ਕਰੋ, ਨੁੱਕੜ ਸਭਾ ਨਾ ਕਰੋ, ਡੋਰ ਟੂ ਡੋਰ ਕੈਂਪੇਨ ਕਰੋ, ਵੀ ਸਿਰਫ 5 ਲੋਕਾਂ ਦੇ ਨਾਲ, ਹੁਣ ਇਹ ਪ੍ਰੈਕਟੀਕਲੀ ਕਿੰਨਾ ਕੁ ਪੋਸੀਬਲ ਹੈ, ਇਸ ਦੇ ਉੱਤੇ ਇੱਕ ਵੱਡਾ ਕੁਐਸਚਨ ਮਾਰਕ ਹੈ। ਬਹੁਤ ਵੱਡਾ ਗੌਰਵ। ਦੇਖੋ 2-3 ਚੀਜ਼ਾਂ ਨੇ ਜਿਸ ਦਾ ਜ਼ਿਕਰ ਕਰਨਾ ਬਣਦਾ ਹੈ। ਪਹਿਲਾਂ 28 ਲੱਖ ਰੁਪਇਆ ਇੱਕ ਉਮੀਦਵਾਰ ਨੂੰ ਮਿਲਦਾ ਸੀ ਚੋਣ ਖਰਚ ਦੇ ਲਈ, ਐਤਕੀ ਉਹ ਵਧਾ ਦਿੱਤਾ ਗਿਆ, ਉਹ 40 ਲੱਖ ਕਰਤਾ। ਜਾਂ ਤਾਂ ਉਹਦੀ ਐਡਜਸਟਮੈਂਟ ਤੁਹਾਨੂੰ ਜੇ ਕੋਈ ਆਨਲਾਈਨ ਕੈਂਪੇਨ ਕਰਨੀ ਹੈ, ਕੋਈ ਮੀਡੀਆ ਦੇ ਵਿੱਚ ਅਖਬਾਰਾਂ ਨੂੰ, ਟੀਵੀ ਚੈਨਲਸ ਨੂੰ ਇਸ਼ਤਿਹਾਰ ਦੇਣੇ ਹੈ ਜਾਂ ਹੋਰ ਕਿਸੇ ਤਰੀਕੇ ਨਾਲ ਕੈਂਪੇਨ ਹੋਏਗੀ, ਉਹਦੇ ਵਿੱਚ ਪੈਸਾ ਇਨਕਲੂਡ ਹੋਏਗਾ। ਪਰ ਫਿਰ ਵੀ ਪੰਜਾਬ ਦੇ ਵਿੱਚ ਜੇ ਆਪਾਂ ਪੰਜਾਬ ਦੀ ਭੂਗੋਲਿਕ ਸਥਿਤੀ ਦੀ ਗੱਲ ਕਰੀਏ, ਪੰਜਾਬ ਦੇ ਲੋਕਾਂ ਦੀ ਸਾਈਕੀ ਦੀ ਗੱਲ ਕਰੀਏ ਕਿ ਕੈਂਡੀਡੇਟ ਸਾਡੇ ਕੋਲੇ ਆਇਆ ਹੀ ਨਹੀਂ, ਇਸ ਚੀਜ਼ ਦੀ ਨਾਰਾਜ਼ਗੀ ਰਹਿੰਦੀ ਹੈ ਸਭ ਤੋਂ ਵੱਡੀ। ਕਿੰਨੇ ਲੋਕ ਇਸ ਗੱਲ ਨੂੰ ਸਮਝਦੇ ਆ ਕਿ ਇਲੈਕਸ਼ਨ ਕਮਿਸ਼ਨ ਨੇ ਪਾਬੰਦੀ ਲਗਾਤੀ, ਕੋਵਿਡ ਹੈ, ਫਿਰ ਵੀ ਲੋਕਾਂ ਦੀ ਨਾਰਾਜ਼ਗੀ ਨੂੰ ਉਮੀਦਵਾਰ ਕਿਵੇਂ ਸੈੱਟ ਕਰਨਗੇ, ਇਹ ਬਹੁਤ ਵੱਡਾ ਸਵਾਲ ਹੈ। ਇਸ ਬਿਲਕੁਲ ਵੱਡਾ ਸਵਾਲ ਹੈ, ਲੋਕਾਂ ਤੱਕ ਪਹੁੰਚ ਕਰਨੀ ਬਹੁਤ ਮੁਸ਼ਕਿਲ ਹੈ। ਦੂਜਾ ਪੁਆਇੰਟ ਇਹ ਵੀ ਰਹੇਗਾ ਕਿ ਜੇ ਸਾਰੇ ਹੀ ਨਾ ਪਹੁੰਚੇ ਫਿਰ ਕੋਈ ਦਿੱਕਤ ਨਹੀਂ, ਕਿਉਂ ਜੇ ਪੋਲੀਟੀਕਲ ਪਾਰਟੀ ਦਾ ਕੋਈ ਵੀ ਨੁਮਾਇੰਦਾ ਨਾ ਪਹੁੰਚਿਆ, ਕਿਸੇ ਵੀ ਪਾਰਟੀ ਦਾ, ਤਾਂ ਫਿਰ ਜ਼ਿਆਦਾ ਕੋਈ ਕਿੰਤੂ ਪਰੰਤੂ ਨਹੀਂ ਹੋਏਗਾ ਕਿ ਸਾਡੇ ਕੋਲ ਉਹ ਨਹੀਂ ਆਇਆ ਤੇ ਉਹ ਆ ਗਿਆ। ਜੇ ਹੁਣ ਸਾਰੇ ਹੀ ਨਾ ਪਹੁੰਚੇ ਫਿਰ ਕਿਸੇ ਔਰ ਇਸ ਦੇ ਵਿੱਚ ਇੱਕ ਚੀਜ਼ ਗੌਰਵ ਹੋ ਰਿਹਾ, ਜਿੰਨਾ ਉਮੀਦਵਾਰਾਂ ਨੂੰ ਵਿਰੋਧ ਦਾ ਡਰ ਸੀ ਸ਼ਾਇਦ ਉਹਨਾਂ ਦੇ ਲਈ ਚੰਗਾ ਹੋ ਗਿਆ। ਮੈਨੂੰ ਲੱਗਦਾ ਕਿ ਉਹਨਾਂ ਦੀ ਇਲੈਕਸ਼ਨ ਕੈਂਪੇਨ ਦਾ ਖਰਚਾ ਵੀ ਥੋੜਾ, ਉਹਨਾਂ ਦੀ ਇਲੈਕਸ਼ਨ ਕੈਂਪੇਨ ਦਾ ਖਰਚਾ ਵੀ ਥੋੜਾ ਫਰਕ ਪੈ ਜਾਏਗਾ, ਕਿਉਂਕਿ ਇਸ ਵਾਰੀ ਇਹ ਵੀ ਉਮੀਦਵਾਰਾਂ ਨੂੰ ਬਹੁਤ ਡਰ ਸੀ ਕਿ ਪਬਲਿਕ ਦੇ ਵਿੱਚ ਜਾਣਗੇ, ਪਬਲਿਕ ਸਵਾਲ ਪੁੱਛੇਗੀ, ਪਬਲਿਕ ਘੇਰਾ ਪਾਏਗੀ, ਫਿਰ ਇਸ ਤਰੀਕੇ ਦੀਆਂ ਵੀਡੀਓ ਵਾਇਰਲ ਹੁੰਦੀਆਂ ਕਿ ਫਲਾਣੇ ਉਮੀਦਵਾਰ ਨੂੰ ਪਿੰਡ ਚੋਂ ਭਜਾਇਆ ਗਿਆ, ਫਲਾਣੇ ਨੂੰ ਵੜਨ ਨਹੀਂ ਦਿੱਤਾ ਗਿਆ। ਸੋ ਉਮੀਦਵਾਰਾਂ ਦੇ ਲਈ ਇਹ ਕੰਮ ਜ਼ਰੂਰ ਥੋੜਾ ਜਿਹਾ ਸੌਖਾ ਚੋਣ ਕਮਿਸ਼ਨ ਨੇ ਕਰ ਦਿੱਤਾ ਹੈ ਕਿ ਇਸ ਵਾਰੀ ਵਰਚੁਅਲ ਕੈਂਪੇਨ ਤੇ ਜ਼ਿਆਦਾ ਫੋਕਸ ਕੀਤਾ ਜਾਵੇਗਾ। ਵਰਚੁਅਲ ਕੈਂਪੇਨ ਮਤਲਬ ਆਨਲਾਈਨ ਤਰੀਕੇ ਨਾਲ ਲੋਕਾਂ ਨਾਲ ਜੁੜਨ ਨੂੰ ਤਰਜੀਹ ਦਿੱਤੀ ਜਾਵੇਗੀ, ਬਜਾਏ ਕਿ ਲੋਕਾਂ ਦੇ ਕੋਲ ਇਕੱਠ ਦੇ ਰੂਪ ਦੇ ਵਿੱਚ ਜਾਣ ਨੂੰ ਅਵੋਇਡ ਕਰਨ ਦੀ ਗੱਲ ਜਾਂ ਇੱਕ ਤਰੀਕੇ ਦੀ ਪਾਬੰਦੀ ਕਹੀਏ ਚੋਣ ਕਮਿਸ਼ਨ ਵੱਲੋਂ ਲਗਾ ਦਿੱਤੀ ਗਈ ਹੈ। ਠੀਕ ਹੈ ਸਰ, ਰੁਕ ਕਰਦਾ ਇੱਕ ਵਾਰ ਫਿਰ ਤੋਂ ਸਾਡੇ ਸਹਿਯੋਗੀ ਰਵੀ ਮਿਸ਼ਰਾ ਸਾਡੇ ਨਾਲ ਦਿੱਲੀ ਤੋਂ ਜੁੜੇ ਹੋਏ ਨੇ। ਉਮੀਦ ਹੈ ਕਿ ਉਹਨਾਂ ਦੀ ਆਵਾਜ਼ ਹੁਣ ਕਲੀਅਰ ਪਹੁੰचेगी दर्शकों तक भी, साढ़े तक भी। रवि, जानना चाहेंगे आपसे एक और चीज जो समझना चाहेंगे, जो पहले भी जिक्र किया था कि 15 तारीख के बाद भी चांसेस तो कम लग रहे हैं कि रैलियों को लेकर कोई डिसीजन अब बदल जाएगा या फिर वर्चुअल रैलियों की जगह जो फिजिकल रैलियां उसको इजाजत दी जाएगी। लेकिन बड़ा सवाल यह है कि क्या प्रैक्टिकली पॉसिबल होगा। उसके लिए सवाल यह है कि इलेक्शन कमीशन यह कैसे तय करेगा कि वर्चुअल रैलीज ही हो रही हैं, कि जो डोर टू डोर कैंपेन हो रही है वो केवल 5 लोग ही जा रहे हैं, कैसे नजर रखी जाएगी इलेक्शन कमीशन के पास, उसको लेकर क्या प्लान है। बिल्कुल, देखिए जो आपने सवाल पूछा ये काफ़ी लाजमी सवाल है और ये सवाल प्रेस कॉन्फ्रेंस में भी उठाया गया। आखिर किस तरीके से निगरानी रखी जाएगी, किस तरीके से ये सतर्कता होगी लोगों में कि लोग प्रोटोकॉल को भी फॉलो करें और जो ये जो गैर कानूनी तरीके से चुनाव आयोग के जो नियम हैं उनके कायदों को तोड़ते हुए अगर कुछ उल्लंघन होता है तो इसकी जिम्मेदारी कौन लेगा। साफ तौर पर चुनाव आयोग ने जिस तरीके से बताया कि 900 ऑब्जर्वर नियुक्त किए गए हैं और ये ऑब्जर्वर जगह जगह पोलिंग बूथ पे होंगे। साफ तौर पे वीडियो कॉन्फ्रेंसिंग के माध्यम से निगरानी रखी जाएगी और जो वहाँ पे सुरक्षा बल होगा, प्रशासन होगा, वो सचेत और सतर्क नजर आएगा और इस तरीके के जो नियम कायदे कानून का जो भी उल्लंघन करेगा उसके खिलाफ सख्त से सख्त कार्रवाई करने के जो दिशा निर्देश है वो चुनाव आयोग ने दे दिए हैं।
क्या 15 जनवरी के बाद रोड शो, रैली, पदयात्रा को मंजूरी मिल जाएगी? साफ तौर पे कथनी और करनी में बहुत फर्क है, क्योंकि जो मौजूदा यथास्थिति है वो कहीं ना कहीं ये दिखाती हुई नजर आती है कि कोविड के लगातार मामले बढ़ते जा रहे हैं, जिसके मद्देनजर ये होना मुश्किल है कि 15 जनवरी के बाद क्या पता चुनाव आयोग ये आदेश दे दे कि रैली, पदयात्रा हो सकती हैं। फिलहाल इसकी कोई आशंका नजर नहीं आ रही। कोविड के बढ़ते मामलों को देखते हुए चुनाव आयोग ने ये निर्णय लिया है और इसको तमाम राजनीतिक दलों को बड़ी ही सख्ती के साथ, बड़े ही अनुशासन के साथ मानना पड़ेगा। साफ तौर में चुनाव आयोग ने ये हिदायत दी है और जो भी इसका उल्लंघन करेगा, चाहे वो जो भी राजनीतिक पार्टी से हो, किसी भी व्यक्ति विशेष से जुड़ा हुआ हो, उसके खिलाफ सख्त से सख्त कार्रवाई चुनाव आयोग करेगा। जी ਤਾਂ ਇਲੈਕਸ਼ਨ ਕਮਿਸ਼ਨ ਦੇ ਕੋਲ ਇੱਕ ਪੂਰਾ ਪਲਾਨ ਹੈ, ਪਰ ਅਸੀਂ ਬਾਰ-ਬਾਰ ਕਹਿ ਰਹੇ ਹਾਂ ਕਿ ਪ੍ਰੈਕਟੀਕਲੀ ਕਿਵੇਂ ਪੋਸੀਬਲ ਹੋਏਗਾ। ਪੰਜਾਬ ਦੇ ਵਿੱਚ ਜੇ ਤੁਸੀਂ ਮਾਸਕ ਨਹੀਂ ਲਗਾਉਂਦੇ ਤਾਂ ਉਸ ਦੇ ਲਈ ਵੀ ਜੁਰਮਾਨਾ ਹੈ, ਸੋਸ਼ਲ ਡਿਸਟੈਂਸਿੰਗ ਨਹੀਂ ਰੱਖਦੇ ਉਸ ਦੇ ਲਈ ਵੀ ਗਾਈਡਲਾਈਨਸ ਨੇ, ਪਰ ਉਹ ਅੱਜ ਦੀ ਡੇਟ ਦੇ ਵਿੱਚ ਕਿਵੇਂ ਪ੍ਰੈਕਟੀਕਲ ਪੋਸੀਬਲ ਹੋ ਰਿਹਾ ਹੈ ਜਾਂ ਕਿੰਨੀਆਂ ਕੁ ਨਿਯਮਾਂ ਦਾ ਪਾਲਣ ਹੋ ਰਿਹਾ, ਇੱਕ ਵੱਡਾ ਸਵਾਲ ਹੈ। ਪਰ ਇਸ ਸਭ ਦੇ ਵਿਚਾਲੇ ਅਸੀਂ ਰੁਕ ਕਰਾਂਗੇ। ਸਾਡੇ ਸਹਿਯੋਗੀ ਨਪਿੰਦਰ ਬਰਾੜ ਸਾਡੇ ਨਾਲ ਜੁੜ ਚੁੱਕੇ ਨੇ। ਨਪਿੰਦਰ, ਤਾਂ ਜ਼ਿਆਦਾ ਸਮਾਂ ਬੇਸ਼ੱਕ ਨਹੀਂ ਮਿਲਿਆ, ਦੂਜੀ ਗੱਲ ਲੱਗ ਰਿਹਾ ਸੀ ਕਿ ਅਲੱਗ-ਅਲੱਗ ਫੇਸਿਸ ਦੇ ਵਿੱਚ ਇਲੈਕਸ਼ਨ ਹੋ ਸਕਦੇ ਨੇ, ਪਰ ਇੱਕੋ ਫੇਸ 'ਚ ਇਲੈਕਸ਼ਨ, ਪਰ ਇਲੈਕਸ਼ਨ ਹੋਣਗੇ 14 ਫਰਵਰੀ ਨੂੰ। ਮੈਂ ਪਹਿਲਾਂ ਜ਼ਿਕਰ ਕੀਤਾ ਸੀ ਕਿ 14 ਫਰਵਰੀ ਵੈਲੈਂਟਾਈਨ ਡੇ ਹੁੰਦਾ ਹੈ, ਪਿਆਰ ਦਾ ਦਿਨ ਕਿਹਾ ਜਾਂਦਾ ਹੈ, ਤਾਂ ਫਿਰ ਕੀ ਸੋਚਿਆ ਜਾਵੇ ਕਿ ਇਸ ਵਾਰ ਖੂਬ ਪਿਆਰ ਮਿਲੇਗਾ ਪੰਜਾਬ ਦੇ ਲੋਕਾਂ ਦਾ? ਪਹਿਲਾਂ ਤਾਂ EVM ਮਸ਼ੀਨਾਂ ਨੂੰ, ਫਿਰ ਨਾਲ-ਨਾਲ ਜਿਹੜੀਆਂ ਸਿਆਸੀ ਪਾਰਟੀਆਂ ਖੂਬ ਐਲਾਨ ਇਸ ਸਮੇਂ ਕਿਆਸ ਲਗਾ ਰਹੀਆਂ ਨੇ ਉਹਨਾਂ ਨੂੰ। ਗੌਰਵ, ਬਿਲਕੁਲ ਇਸ ਵਾਰੀ ਦੇਖਣਾ ਹੈਗਾ ਕਿ ਲੋਕਾਂ ਦਾ ਪਿਆਰ ਕਿਹੜੀ ਪਾਰਟੀ ਬਣਦੀ ਆ, ਵੈਲੈਂਟਾਈਨ ਕਿਹੜੀ ਪਾਰਟੀ ਨੂੰ ਮੰਨਦੀਆਂ ਨੇ, ਪੰਜਾਬ ਦੇ ਮੰਨਦੇ ਨੇ ਪੰਜਾਬ ਦੇ ਵੋਟਰ। ਸਿੱਧੇ ਤੌਰ ਤੇ ਦੇਖੋ, ਹਾਲਾਂਕਿ ਗੌਰਵ ਜਿਸ ਤਰ੍ਹਾਂ ਅਸੀਂ ਪਹਿਲਾਂ ਅੰਦਾਜ਼ੇ ਲਾ ਰਹੇ ਸੀ ਕਿ ਗੇੜ ਵੱਧ ਸਕਦੇ ਨੇ ਜਾਂ ਫਿਰ ਮਗਰਲੇ ਗੇੜ ਦੇ ਵਿੱਚ ਪੰਜਾਬ ਦੀਆਂ ਵੋਟਾਂ ਹੋ ਸਕਦੀਆਂ ਨੇ, ਤਾਂ ਸਭ ਕੁਝ ਉਸ ਦੇ ਉਲਟ ਹੋਇਆ। ਜਿਸ ਤਰ੍ਹਾਂ ਪਹਿਲਾਂ ਹੁੰਦਾ ਸੀ, ਪੰਜਾਬ ਪਹਿਲੇ ਗੇੜ ਦੇ ਵਿੱਚ ਇੱਕੇ ਗੇੜ ਦੇ ਵਿੱਚ ਵੋਟਾਂ ਜਿਹੜੀਆਂ ਨੇ ਹੋ ਰਹੀਆਂ ਨੇ, 14 ਫਰਵਰੀ ਨੂੰ ਵੋਟਾਂ ਹੋ ਰਹੀਆਂ ਨੇ, ਔਰ ਸਿੱਧੇ ਤੌਰ ਤੇ ਕਹਿ ਸਕਦੇ ਕਿ ਜ਼ਿਆਦਾ ਸਮਾਂ ਨਹੀਂ ਬਚਿਆ। ਇੱਕੇ ਦਮ ਜਿੱਦਾਂ ਕਹਿੰਦੇ ਨੇ ਕਿ ਬਸ ਜਿੱਦਾਂ ਕਹਿੰਦੇ ਸਿਰ ਬਣਾਉਂਦੇ ਹੀ ਗੜੇ ਪੈ ਗਏ, ਉਹ ਚੀਜ਼ ਹੋਈ ਹੈ। ਇੱਕੇ ਦਮ ਸਿਰ ਤੇ ਆ ਪਈਆਂ ਨੇ ਵੋਟਾਂ, ਔਰ ਜ਼ਿਆਦਾਤਰ ਪ੍ਰਚਾਰ ਦੇ ਲਈ ਵੀ ਸਮਾਂ ਨਹੀਂ ਬਚਿਆ। ਔਰ ਦੇਖੋ ਜਿਸ ਤਰ੍ਹਾਂ ਅੱਜ ਧੜਾ ਬਦਲੀਆਂ ਹੋਈਆਂ, ਧੜਾ ਅਫਸਰ ਬਦਲੇ ਗਏ, DGP ਤੱਕ ਬਦਲ ਦਿੱਤਾ ਗਿਆ ਅੱਜ। ਤਾਂ ਇਸ ਤਰ੍ਹਾਂ DGP ਦੇ ਨਾਲ ਹੀ ਦੇਖੋ IPS ਅਫਸਰ ਬਦਲੇ ਗਏ, PPS ਅਫਸਰ ਬਦਲੇ ਗਏ, ਕਈ SSP ਬਦਲ ਦਿੱਤੇ ਗਏ। ਤਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ ਕਿ ਸਰਕਾਰ ਦੀ ਕੋਸ਼ਿਸ਼ ਹੁੰਦੀ ਹੈ ਕਿ ਧੜ ਆਖਰੀ ਮੂਮੈਂਟ ਤੇ ਕਿਸ ਤਰ੍ਹਾਂ ਦੇ ਫੈਸਲੇ ਜਿਹੜੇ ਉਹਨਾਂ ਨੂੰ ਸੂਟ ਕਰਦੇ ਨੇ ਉਹ ਲਏ ਜਾ ਸਕਣ। ਕਈ ਵਾਰ ਜਦੋਂ ਪਹਿਲਾਂ ਫੈਸਲੇ ਕਰ ਰਹੇ ਹੁੰਦੇ ਨੇ ਤਾਂ ਸੋਚ ਵਿਚਾਰ ਹੁੰਦਾ ਹੈ ਕਿ ਕੋਈ ਗੱਲ ਨਹੀਂ, 10 ਦਿਨ ਹੈਗੇ ਨੇ, ਸੋਚ ਵਿਚਾਰ ਕਰਕੇ ਫੈਸਲਾ ਲੈ ਲਾਂਗੇ। ਪਰ ਜਦੋਂ ਐਨ ਸਿਰ ਤੇ ਆ ਪੈਂਦੀ ਆ ਤਾਂ ਉਦੋਂ ਫਿਰ ਸੱਤਾ ਧਿਰ ਜਿਹੜੀ ਉਹ ਜ਼ਿਆਦਾ ਟਾਈਮ ਖਰਾਬ ਨਹੀਂ ਕਰਦੀ, ਕਿਉਂਕਿ ਅੱਜ ਚਾਹੇ ਸੱਤਾ ਧਿਰ ਚਾਹੇ ਦੂਜੇ ਪਾਸੇ, ਉਹਨਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਉਹਨੇ ਕੀ ਹੱਥ ਵੱਸ ਸੱਤਾ ਧਿਰ ਦੇ ਤੇ ਉਹਨੇ ਕੀ ਹੱਥ ਵੱਸ ਸਾਹਮਣੇ ਵਾਲਿਆਂ ਦੇ ਆ। ਹਾਂ, ਕਹਿਣ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਹਿਣਗੇ, ਪੰਜਾਬ ਦੇ ਵਿੱਚ ਕੈਬਨਿਟ ਰਹੇਗੀ, ਪਰ ਉਹਨਾਂ ਦੇ ਕੋਲੇ ਅਧਿਕਾਰ ਬੜੇ ਸੀਮਿਤ ਹੋ ਜਾਂਦੇ ਨੇ। ਉਹ ਨਾ ਤਾਂ ਸਿੱਧਾ ਫੈਸਲਾ ਕੋਈ ਲੈ ਸਕਦੇ ਨੇ, ਨਾ ਕੋਈ ਵੱਡੀ ਟਰਾਂਸਫਰ ਕਰ ਸਕਦੇ ਨੇ, ਨਾ ਕੋਈ ਹੋਰ ਕੋਈ ਫੈਸਲਾ ਲੈ ਸਕਦੇ ਨੇ। ਕੁਝ ਵੀ ਕਰਨਾ ਤਾਂ ਉਹਦੇ ਲਈ ਇਲੈਕਸ਼ਨ ਕਮਿਸ਼ਨ ਦੀ ਮਨਜ਼ੂਰੀ ਲੈਣੀ ਪਏਗੀ। ਉਹਦੇ ਲਈ ਕੋਈ ਤੁਹਾਨੂੰ ਵਾਜਬ ਕਾਰਨ ਦੇਣਾ ਪਵੇਗਾ। ਯਾਨੀ ਜਿਹੜੇ ਅੱਗੇ ਮੰਤਰੀ ਸਾਈਨ ਕਰਕੇ ਕੰਮ ਚਲਾ ਦਿੰਦੇ ਸੀ, ਮੁੱਖ ਮੰਤਰੀ ਕਰਕੇ ਚਲਾ ਦਿੰਦੇ ਸੀ, ਚੀਫ ਸੈਕਟਰੀ ਚਲਾ ਦਿੰਦੇ ਸੀ, ਹੁਣ ਇਦਾਂ ਨਹੀਂ ਹੋਏਗਾ। ਹੁਣ ਸਾਈਨ ਤਾਂ ਹੋਣਗੇ, ਪਰ ਹੁਣ ਉਹਨਾਂ ਦੇ ਉੱਪਰ ਆਖਰੀ ਸਾਈਨ ਆ ਜਿਹੜੇ ਉਹ ਇਲੈਕਸ਼ਨ ਕਮਿਸ਼ਨ ਦੇ ਹੋਣਗੇ। ਯਾਨੀ ਇਲੈਕਸ਼ਨ ਕਮਿਸ਼ਨ ਆਖਰੀ ਮੋਹਰ ਲਾਏਗਾ, ਉਸ ਤੋਂ ਬਾਅਦ ਜਿਹੜਾ ਕੋਈ ਫੈਸਲਾ ਉਹ ਫਾਈਨਲ ਮੰਨਿਆ ਜਾਏਗਾ। ਤਾਂ ਸਿੱਧੇ ਤੌਰ ਤੇ ਜਿਹੜਾ ਕੰਟਰੋਲ ਆ ਅੱਜ ਤੋਂ ਇਲੈਕਸ਼ਨ ਕਮਿਸ਼ਨ ਦੇ ਕੋਲੇ ਚਲਾ ਗਿਆ। ਯਾਨੀ ਹੁਣ ਪੰਜਾਬ ਦਾ ਕਰਤਾ ਧਰਤਾ ਇਲੈਕਸ਼ਨ ਕਮਿਸ਼ਨ ਹੈ, 5 ਸੂਬਿਆਂ ਦਾ ਕਰਤਾ ਧਰਤਾ ਇਲੈਕਸ਼ਨ ਕਮਿਸ਼ਨ ਹੋ ਗਿਆ। ਸਰਕਾਰਾਂ ਦੀਆਂ ਦੇ ਜਿਹੜੇ ਅਧਿਕਾਰ ਨੇ ਬੜੇ ਸੀਮਿਤ ਹੋ ਗਏ ਨੇ। ਹਾਂ, ਕਿਉਂਕਿ ਥੋੜਾ ਬਹੁਤ ਪ੍ਰਭਾਵ ਤਾਂ ਗੌਰਵ ਰਹਿੰਦਾ ਹੀ ਹੈ, ਪਰ ਉਹ ਇੱਕ ਹੱਦ ਤੱਕ ਰਹਿੰਦਾ। ਉਹਦੇ ਵਿੱਚ ਕੋਈ ਜ਼ਿਆਦਾ ਜੇ ਆਪਾਂ ਕਹੀਏ ਕਿ ਹਾਲਾਂਕਿ ਐਲੀਗੇਸ਼ਨ ਉਸ ਤੋਂ ਬਾਅਦ ਵੀ ਲੱਗਦੇ ਰਹਿੰਦੇ ਨੇ। ਅਸੀਂ ਤੁਸੀਂ ਪੁਰਾਣੀਆਂ ਇਲੈਕਸ਼ਨਾਂ ਦੀ ਗੱਲ ਕਰ ਲਓ, ਵਿਰੋਧੀ ਧਿਰਾਂ ਲਗਾਤਾਰ ਇਲਜ਼ਾਮ ਲਾਉਂਦੀਆਂ ਨੇ ਕਿ ਸੱਤਾ ਧਿਰ ਨੇ ਇੱਥੇ ਦੁਰਵਰਤੋਂ ਕਰ ਲਈ, ਇੱਥੇ ਕਰ ਲਈ, ਕਿਉਂਕਿ ਉਹਦਾ ਇੱਕ ਕਾਰਨ ਰਹਿੰਦਾ। ਤੁਸੀਂ ਕਿਸੇ ਆਂਢ ਗੁਆਂਢ ਦੇ ਨਾਲ ਵੀ ਵਰਤਦੇ ਹੋ, ਕਿਸੇ ਨਾਲ ਤੁਹਾਡਾ ਭਾਈਚਾਰਾ ਹੁੰਦਾ, ਤਾਂ ਉਹ ਤੁਹਾਡੇ ਨਾਲ ਕਿਤੇ ਨਾ ਕਿਤੇ ਭਾਈਚਾਰਾ ਰਹਿੰਦਾ। ਉਸੇ ਤਰ੍ਹਾਂ ਸੱਤਾ ਧਿਰ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਚੀਜ਼ਾਂ ਜਿਹੜੀਆਂ ਨੇ ਫਾਇਦਾ ਉਹਨਾਂ ਨੂੰ ਲੱਗਦਾ ਹੈ, ਵਿਰੋਧੀ ਧਿਰਾਂ ਨੂੰ ਕਿਉਂ ਫਾਇਦਾ ਚੁੱਕ ਰਹੇ ਨੇ, ਕਿਉਂਕਿ ਜਿਹੜੇ ਅਫਸਰਾਂ ਦੀ ਨਿਯੁਕਤੀਆਂ ਉਹਨਾਂ ਨੇ ਕੀਤੀਆਂ, ਜਿਹੜੇ ਅਫਸਰਾਂ ਦੇ ਨਾਲ ਉਹਨਾਂ ਦਾ ਪਿਛਲੇ ਇੰਨੇ ਸਾਲਾਂ ਤੋਂ ਲੰਮਾ ਜਿਹੜਾ ਮਿਲਵਰਤਨ ਹੈ, ਤਾਂ ਉਹ ਵਿਰੋਧੀ ਧਿਰਾਂ ਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਉਸ ਮਿਲਵਰਤਨ ਦਾ ਫਾਇਦਾ ਜਿਹੜਾ ਹੈਗਾ ਉਹ ਲੈਂਦੇ ਨੇ। ਪਰ ਅਜਿਹਾ ਨਪਿੰਦਰ, ਪਰ ਜਿਹੜਾ ਪ੍ਰੋਗਰਾਮ ਆਇਆ, ਮੈਂ ਤੁਹਾਨੂੰ ਥੋੜਾ ਜਿਹਾ ਰੋਕਣਾ ਚਾਹੂੰਗਾ। ਜਿਹੜਾ ਪ੍ਰੋਗਰਾਮ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਜਿਹੜਾ ਇਲੈਕਸ਼ਨ ਦਾ ਪ੍ਰੋਗਰਾਮ ਆਇਆ, ਉਸ ਪ੍ਰੋਗਰਾਮ ਦੇ ਮੁਤਾਬਕ ਇੱਕ ਤਰੀਕੇ ਨਾਲ ਰੈਲੀਆਂ ਬੰਦ ਹੀ ਸਮਝੀਏ। 15 ਜਨਵਰੀ ਤੱਕ ਉਹਨਾਂ ਨੇ ਕਹਿਤਾ ਕੋਈ ਵੱਡੀ ਰੈਲੀ ਨਹੀਂ ਕਰ ਸਕਦੇ,
ਕੋਈ ਰੋਡ ਸ਼ੋਅ ਨਹੀਂ ਕਰ ਸਕਦੇ, ਕੋਈ ਨੁੱਕੜ ਮੀਟਿੰਗ ਨਹੀਂ ਕਰ ਸਕਦੇ ਜਿਵੇਂ ਆਮ ਪਿੰਡਾਂ ਦੇ ਵਿੱਚ ਚੱਲਦਾ ਹੈ ਕਿ ਪ੍ਰਚਾਰ ਕਰਨ ਉਮੀਦਵਾਰ ਸੱਥ ਦੇ ਵਿੱਚ ਛੋਟਾ ਜਿਹਾ ਟੈਂਟ ਲਾ ਕੇ 50-100 ਪਿੰਡ ਦੇ ਬੰਦਿਆਂ ਨੂੰ ਇਕੱਠੇ ਕਰਕੇ ਆਪਣਾ ਪ੍ਰਚਾਰ ਕਰਦਾ ਹੈ, ਉਹ ਵੀ ਨਹੀਂ ਕਰ ਪਾਏਗਾ। ਡੋਰ ਟੂ ਡੋਰ ਜੇ ਜਾਣਾ ਤਾਂ 5 ਬੰਦੇ ਅਲਾਉਡ ਨੇ। ਫਿਲਹਾਲ ਇਲੈਕਸ਼ਨ ਕਮਿਸ਼ਨ ਨੇ ਕਿਹਾ ਕਿ 15 ਜਨਵਰੀ ਤੱਕ ਹੈ, ਪਰ ਆਪਾਂ ਲਗਭਗ ਇਹ ਮੰਨ ਕੇ ਚੱਲੀਏ ਕਿ ਇਹਨੇ ਅੱਗੇ ਵੀ ਐਕਸਟੈਂਡ ਹੋ ਜਾਣਾ ਜਿਸ ਤਰੀਕੇ ਨਾਲ ਕੇਸਿਸ ਵੱਧ ਰਹੇ ਆ। ਸੋ ਇਹ ਵਾਲਾ ਜਿਹੜਾ ਇਲੈਕਸ਼ਨ ਹੈ, ਕਿਉਂਕਿ 1 ਮਹੀਨਾ ਜਿਸ ਤਰੀਕੇ ਨਾਲ ਕੇਸਿਸ ਵੱਧ ਰਹੇ ਆ, ਸੋ ਜਨਵਰੀ ਮਹੀਨਾ ਤੇ ਇਸ ਦੇ ਕੋਈ ਚਾਂਸਸ ਨਜ਼ਰ ਨਹੀਂ ਆਉਂਦੇ ਕਿ ਰੈਲੀਆਂ ਕਰਨ ਦੀ ਇਜਾਜ਼ਤ ਮਿਲੇਗੀ। ਸੋ ਪੋਲੀਟੀਕਲ ਪਾਰਟੀਆਂ ਦੇ ਲਈ ਇਹ ਮੁਸ਼ਕਿਲ ਭਰਿਆ ਹੋ ਗਿਆ ਜਾਂ ਆਸਾਨੀ ਹੋਗੀ, ਕੀ ਲੱਗ ਰਿਹਾ ਹੈ? ਵਿਜੇ ਬਿਲਕੁਲ ਤੁਸੀਂ ਜਿਸ ਤਰ੍ਹਾਂ ਕਹਿ ਰਹੇ ਹੋ ਇਸੇ ਤਰ੍ਹਾਂ ਜਿਹੜਾ ਨਜ਼ਰ ਆਏਗਾ। ਦੇਖੋ ਕਹਿੰਦੇ ਕਿ 5 ਜਣੇ ਡੋਰ ਟੂ ਡੋਰ ਜਾ ਸਕਦੇ ਨੇ, ਤਾਂ ਫਿਰ ਜੇ ਐਮਐਲਏ ਮੌਜੂਦਾ ਨੇ ਜਾਂ ਫਿਰ ਲੀਡਰ ਸਾਹਿਬ ਨੇ, ਉਹਨਾਂ ਨੂੰ 2 ਗਨਮੈਨ ਮੰਨ ਲਓ ਮਿਲਦੇ ਨੇ, ਉਮੀਦਵਾਰ ਨੂੰ ਵੀ ਮਿਲਦੇ ਨੇ, ਤਾਂ ਜੇ ਕਈਆਂ ਦੇ ਨਾਲ 4 ਗਨਮੈਨ ਨੇ, ਫਿਰ ਭਾਈ ਉਹ ਆਪਦੇ 4 ਗਨਮੈਨ ਤੇ ਇੱਕ ਦਾ ਸਪੋਰਟਰ ਨਾਲ ਲੈ ਕੇ ਜਾ ਸਕਦਾ, ਕਿਉਂਕਿ 5 ਲੋਕਾਂ ਦੇ ਨਾਲ ਡੋਰ ਟੂ ਡੋਰ ਕੀਤਾ ਜਾ ਸਕਦਾ। ਜਿਹੜੀ ਗੱਲ ਰੈਲੀਆਂ ਦੀ ਹੈ, ਵਾਕਈ ਰੈਲੀਆਂ ਨਹੀਂ ਹੋ ਸਕਣਗੀਆਂ। 15 ਜਨਵਰੀ ਬੇਸ਼ੱਕ ਡੇਟ ਦਿੱਤੀ ਗਈ ਆ, ਕਿਉਂਕਿ ਉਹ 15 ਨੂੰ ਰਿਵਿਊ ਹੋਏਗਾ, ਤਾਂ ਰਿਵਿਊ ਦੇ ਵਿੱਚ ਕੀ ਨਿਕਲਣਾ, ਹੋਰ ਸਖਤੀ ਹੋਏਗੀ। ਇਹ ਬਿਲਕੁਲ ਫੈਕਚੁਅਲੀ ਜਿਹੜੇ ਮਾਹਰਾਂ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਹਾਂ ਵਿਜੇ, ਜਿਸ ਤਰ੍ਹਾਂ ਅਸੀਂ ਲਗਾਤਾਰ ਤਸਵੀਰਾਂ ਦਿਖਾ ਰਹੇ ਹਾਂ ਜਾਂ ਸਮਝ ਰਹੇ ਹਾਂ, ਉਹਦੇ ਮੁਤਾਬਕ ਆਉਣ ਵਾਲਾ ਟਾਈਮ ਹੈ ਜਿਹੜਾ ਹੋਰ ਵੀ ਜ਼ਿਆਦਾ ਖਤਰਨਾਕ ਹੁੰਦਾ ਨਜ਼ਰ ਆ ਰਿਹਾ, ਕਿਉਂਕਿ 20-22 ਫਰਵਰੀ ਦੇ ਆਸ-ਪਾਸ ਜਾ ਕੇ ਪੀਕ ਦੱਸਿਆ ਜਾ ਰਿਹਾ ਹੈ ਕੋਵਿਡ ਦੀ ਤੀਜੀ ਲਹਿਰ ਦਾ। ਤੇ ਜੇ 20-22 ਫਰਵਰੀ ਤੇ ਜਾ ਕੇ ਕੋਵਿਡ ਦੀ ਪੀਕ ਹੈ ਥਰਡ ਲਹਿਰ ਦੀ, ਤਾਂ ਫਿਰ ਤੁਸੀਂ 15 ਜਨਵਰੀ ਤੋਂ ਉਮੀਦ ਨਹੀਂ ਕਰ ਸਕਦੇ ਕਿ 15 ਜਨਵਰੀ ਤੋਂ ਬਾਅਦ ਰਿਆਇਤਾਂ ਮਿਲ ਜਾਣਗੀਆਂ। ਮੈਨੂੰ ਲੱਗਦਾ ਹੈ ਕਿ ਸਖਤੀ ਹੋਰ ਵੱਧ ਜਾਏਗੀ। ਜੇ ਕਿਤੇ ਕੋਈ ਸ਼ਿਕਾਇਤਾਂ ਹੋਈਆਂ ਕਿ ਫਲਾਣੇ ਨੇ ਰੈਲੀ ਕੀਤੀ, ਫਲਾਣੇ ਨੇ ਆਹ ਪ੍ਰਚਾਰ ਕੀਤਾ, ਤਾਂ ਉਹਨਾਂ ਨੂੰ ਨੋਟਿਸ ਹੋ ਕੇ ਸਖਤੀ ਹੋ ਜਾਏਗੀ ਵੀ ਐਤਕੀ ਤਾਂ 15 ਤਰੀਕ ਇੰਨੀ ਸਖਤੀ ਸੀ, ਪਰ ਗਾਂ ਹੁਣ ਅਸੀਂ ਇਹ ਤੇ ਪਾਬੰਦੀ ਲਾਉਣ ਜਾ ਰਹੇ ਹਾਂ। ਤਾਂ ਇੱਕ ਵਿਜੇ ਇਹ ਵੀ ਲੱਗਦਾ ਕਿ 40 ਲੱਖ ਦਾ ਖਰਚ ਜਿਹੜਾ ਹੈਗਾ ਹੁਣ ਇੱਕ ਉਮੀਦਵਾਰ ਨੂੰ ਕਰਨ ਦੀ ਇਜਾਜ਼ਤ ਦਿੱਤੀ ਹੈ, ਜਿਹੜਾ ਪਹਿਲਾਂ 25 ਲੱਖ ਸੀਗਾ, 40 ਲੱਖ ਦੀ ਇਜਾਜ਼ਤ ਦਿੱਤੀ ਹੈ। ਪਰ ਮੈਨੂੰ ਇਹ ਲੱਗਦਾ ਕਿ ਪਹਿਲਾਂ ਰੈਲੀਆਂ ਜ਼ਿਆਦਾ ਹੁੰਦੀਆਂ ਸੀ, ਪ੍ਰਚਾਰ ਜ਼ਿਆਦਾ ਹੁੰਦਾ ਸੀ, ਇਸ ਵਾਰੀ ਖਰਚਾ ਤਾਂ ਵਧਾ ਦਿੱਤਾ, ਪਰ ਮੈਨੂੰ ਲੱਗਦਾ ਹੈ ਕਿ ਖਰਚ ਸ਼ਾਇਦ ਕਰਨ ਨੂੰ ਉਮੀਦਵਾਰਾਂ ਦੇ ਕੋਲੇ ਕੋਈ ਜਗ੍ਹਾ ਨਾ ਲੱਭੇ ਕਿ ਖਰਚ ਕਰਨਾ ਕਿੱਥੇ ਆ, ਕਿਉਂਕਿ ਵੱਡੀਆਂ ਰੈਲੀਆਂ ਤੇ ਰੋਕ ਆ ਸਾਰੇ ਵਰਚੁਅਲੀ ਕਰ ਸਕਦੇ ਆ, ਵਰਚੁਅਲੀ ਕਰ ਸਕਦੇ ਆ, ਵਰਚੁਅਲੀ ਕਰ ਸਕਦੇ ਆ। ਹਾਂ ਬਿਲਕੁਲ ਵਰਚੁਅਲੀ ਵਿਜੇ ਕਰ ਸਕਦੇ ਆ, ਪਰ ਉਹ ਇਕੱਠ ਨਹੀਂ ਨਾ ਉੱਥੇ ਕਰ ਸਕਣਗੇ। ਦੂਜੀ ਚੀਜ਼ ਇੱਕ ਹੋਰ ਹੈ ਕਿ ਜਿਹੜਾ ਮੈਨੂੰ ਲੱਗਦਾ ਹੈ ਕਿ ਇਹਨਾਂ ਚੋਣਾਂ ਤੋਂ ਕੋਈ ਨਾ ਕੋਈ ਟ੍ਰੈਂਡ ਵੀ ਸੈੱਟ ਹੋ ਸਕਦਾ। ਵਿਦੇਸ਼ੀ ਚੋਣਾਂ ਦਾ ਅਸੀਂ ਹਮੇਸ਼ਾ ਹਵਾਲਾ ਦਿੰਦੇ ਹਾਂ ਕਿ ਵਿਦੇਸ਼ਾਂ ਦੇ ਵਿੱਚ ਇਸ ਤਰ੍ਹਾਂ ਵੋਟਾਂ ਪੈਂਦੀਆਂ ਨੇ, ਦੇਖੋ ਸੋਸ਼ਲ ਮੀਡੀਆ ਰਾਹੀਂ ਪ੍ਰਚਾਰ ਹੁੰਦਾ, 2-4 ਜਣੇ ਜਾਂਦੇ ਨੇ, ਆਪਦਾ ਦੱਸੇ ਹੁੰਦੇ ਨੇ। ਮੈਨੂੰ ਲੱਗਦਾ ਇਸ ਵਾਰੀ ਦੀਆਂ ਪੰਜਾਬ ਦੀਆਂ ਚੋਣਾਂ ਦੇ ਵਿੱਚ ਉਹ ਝਲਕ ਸ਼ਾਇਦ ਹੈ ਜਿਹੜੀ ਉਹ ਜ਼ਰੂਰ ਦੇਖਣ ਨੂੰ ਮਿਲੇ। ਔਰ ਹੋ ਸਕਦਾ ਕਿ ਕਿਉਂਕਿ ਟਾਈਮ ਟੂ ਟਾਈਮ ਵਿੱਚ ਬਹੁਤ ਚੀਜ਼ਾਂ ਬਦਲ ਰਹੀਆਂ ਨੇ, ਪ੍ਰਚਾਰ ਦੇ ਤਰੀਕੇ ਬਦਲ ਰਹੇ ਨੇ। ਤੁਸੀਂ ਆਪਣੇ ਵੇਲੇ ਤੋਂ ਦੇਖੋ, ਆਪਾਂ ਅਗਰ ਥੋੜਾ ਪਿੱਛੇ ਝਾਤ ਮਾਰਦੇ ਆ, ਕਿਵੇਂ ਢੋਲ ਨਗਾੜੇ ਵੱਜਦੇ ਸੀ, ਕਿਵੇਂ ਇਕੱਠ ਹੁੰਦਾ ਸੀ, ਗਲੀਆਂ ਦੇ ਵਿੱਚ ਸਪੀਕਰ ਚੱਲਦੇ ਸੀ। ਉਹ ਸਪੀਕਰ ਤਾਂ ਪਿਛਲੀ ਵਾਰੀ ਵੀ ਨਹੀਂ ਸੀ ਕਿਤੇ ਸੁਣਨ ਨੂੰ ਮਿਲੇ। ਤਾਂ ਉਹ ਚੀਜ਼ਾਂ ਬੜਾ ਫਰਕ ਆ ਰਿਹਾ, ਜਿਵੇਂ ਜਿਵੇਂ ਸਮਾਂ ਬਦਲ ਰਿਹਾ, ਦੌਰ ਬਦਲ ਰਿਹਾ, ਉਹਨਾਂ ਚੀਜ਼ਾਂ ਦੇ ਵਿੱਚ ਤਬਦੀਲੀਆਂ ਬਹੁਤ ਆ ਰਹੀਆਂ ਨੇ। ਤਾਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਵੈਸੇ ਵੀ ਤਬਦੀਲੀਆਂ ਦਾ, ਪਰ ਕੁਝ ਤਬਦੀਲੀਆਂ ਮਜਬੂਰੀ ਵਾਸਤੇ ਜਿਹੜੀਆਂ ਨੇ ਉਹ ਕਰਨੀਆਂ ਪੈ ਰਹੀਆਂ ਨੇ। ਲੱਗਦਾ ਬਹੁਤ ਇੰਟਰਸਟਿੰਗ ਲਾਜ਼ਮੀ ਤੌਰ ਤੇ ਹੈ, ਪਰ ਲੱਗ ਰਿਹਾ ਕਿ ਇਸ ਵਾਰ ਠੀਕ ਹੈ ਇਸ ਵਾਰ ਲੱਗ ਰਿਹਾ ਕਿ ਜਿਹੜੇ ਢੋਲ ਨਗਾੜੇ